ਚੈਨਲ ਤੂੰ ਸਤ ਅਖੰਡ ਜੋਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ, ਆਦਾਬ, ਨਮਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੂਲ ਮਾਲਕ ਪਰਮਪਿਤਾ ਪਰਮਾਤਮਾ ਦੀ ਰਹਿਮਤ ਸਦਕਾ ਹਰ ਰੋਜ਼ ਦੀ ਤਰ੍ਹਾਂ ਅੱਜ ਜਿਸ ਸੁਗੜ ਵਿਚਾਰ ਨੂੰ ਅਸੀਂ ਆਪ ਜੀ ਦੇ ਸਨਮੁਖ ਲੈ ਹਾਜ਼ਰ ਹੋਏ ਹਾਂ, ਇਸ ਵਿਚਾਰ ਦਾ ਸਿਰਲੇਖੇ ਫਿਕਰੋਂ ਬੇਫਿਕਰ। ਤੇ ਆਓ ਆਗਾਜ਼ ਕਰਦੇ ਹਾਂ ਅੱਜ ਦੇ ਇਸ ਸੁਗੜ ਵਿਚਾਰ ਦਾ। ਇਸੇ ਹੀ ਵਿਚਾਰ ਬਾਬਤ ਲਿਖੀਆਂ ਹੋਈਆਂ ਕੁਝ ਸਤਰਾਂ ਤੋਂ। ਜਾਂਦੀ ਜ਼ਿੰਦਗੀ ਜਿਨ੍ਹਾਂ ਫਿਕਰਾਂ ਵਿੱਚ ਲੰਘੀ, ਇਹ ਫਿਕਰ ਨੇ ਸਭ ਜਗੀਰਾਂ ਦੇ, ਪਰ ਬੇਫਿਕਰੀ ਦਾ ਜੀਣਾ ਹਿੱਸੇ ਆਇਆ ਫਕਰ ਫਕੀਰਾਂ ਦੇ। ਹੱਕ ਸੱਚ ਦੀ ਕਿਰਤ ਦੇ ਬਾਝੋਂ ਨਹੀਂ ਆਉਂਦੇ ਸਕੂਨ, ਹੱਥ ਸਰੀਰਾਂ ਦੇ ਵਿੱਚ ਜੀਵਨ ਹੋ ਜੇ ਜਦ ਗੁਣਾਂ ਦਾ ਵਾਸਾ, ਮਨ ਬੀਰ ਲੇਖ ਬਦਲ ਜਾਂਦੇ ਤਕਦੀਰਾਂ ਦੇ, ਲੇਖ ਬਦਲ ਜਾਂਦੇ ਤਕਦੀਰਾਂ ਦੇ। ਫਿਕਰ, ਗਮ, ਚਿੰਤਾ, ਝੋਰਾ ਆਦਿ ਕੁਝ ਐਸੇ ਸਮਾਨਾਰਥੀ ਸ਼ਬਦ ਨੇ ਜਿਨ੍ਹਾਂ ਦਾ ਇਨਸਾਨ ਦੀ ਮਾਨਸਿਕ ਜਿਹਨੀਅਤ ਦੇ ਨਾਲ ਸੰਬੰਧ ਹੈ। ਜੇ ਵੇਖਿਆ ਜਾਵੇ ਤੇ ਇਸ ਸੰਸਾਰ ਦਾ ਤਕਰੀਬਨ ਹਰ ਇਨਸਾਨ ਅੱਜ ਦੇ ਟਾਈਮ ਵਿੱਚ ਜਿਹਨੀਅਤ ਪੱਖ ਤੋਂ ਬਿਮਾਰ, ਜਾਨੀ ਕਿ ਕਿਸੇ ਨਾ ਕਿਸੇ ਪਰੇਸ਼ਾਨੀ ਜਾਂ ਚਿੰਤਾ ਦਾ ਸ਼ਿਕਾਰ ਹੋਇਆ ਪਿਆ ਹੈ। ਕਿਉਂਕਿ ਅੱਜ ਦੇ ਇਨਸਾਨ ਦੀ ਦੌੜ ਜ਼ਰੂਰਤਾਂ ਦੀ ਨਹੀਂ ਬਲਕਿ ਖੁਆਇਸ਼ਾਂ ਨੂੰ ਫੁੱਲਫਿਲ ਕਰਨ ਦੀ ਲੱਗੀ ਹੋਈ ਹੈ। ਪਰ ਜਿਵੇਂ ਕਿਹਾ ਜਾਂਦਾ ਹੈ ਨਾ ਕਿ ਜ਼ਰੂਰਤ ਤੇ ਇੱਕ ਭਿਖਾਰੀ ਦੀ ਵੀ ਪੂਰੀ ਹੋ ਜਾਂਦੀ ਹੈ, ਪਰ ਖੁਆਇਸ਼ ਬਾਦਸ਼ਾਹ ਦੀ ਵੀ ਅਧੂਰੀ ਰਹਿ ਜਾਂਦੀ ਹੈ। ਕਿਉਂਕਿ ਮੁਕੰਮਲਤਾ ਜ਼ਰੂਰਤਾਂ ਦੀ ਤਾਂ ਹੋ ਸਕਦੀ ਹੈ ਪਰ ਖੁਆਇਸ਼ਾਂ ਦੀ ਨਹੀਂ। ਤੇ ਇਹਨਾਂ ਖੁਆਇਸ਼ਾਂ ਦੀ ਨਾ ਮੁਕੰਮਲਤਾ ਹੀ ਅਕਸਰ ਜ਼ਿਆਦਾਤਰ ਇਨਸਾਨਾਂ ਦੇ ਚਿੰਤਾ, ਫਿਕਰ, ਝੋਰਿਆਂ ਦਾ ਕਾਰਨ ਬਣ ਜਾਂਦੀ ਹੈ। ਤੇ ਇਹਨਾਂ ਫਿਕਰਾਂ ਦੀ ਕੜੀ ਦਰ ਕੜੀ ਜੁੜਦਿਆਂ ਇਨਸਾਨ ਦਾ ਸਾਰਾ ਹੀ ਜੀਵਨ ਗੁਜ਼ਰ ਜਾਂਦਾ ਹੈ। ਕਿਉਂਕਿ ਇੱਕ ਤੋਂ ਬਾਅਦ ਇੱਕ ਖੁਆਇਸ਼ ਚੋਂ ਇੱਕ ਤੋਂ ਬਾਅਦ ਇੱਕ ਫਿਕਰ, ਗਮ ਉਪਜਦੇ ਜਾਂ ਪਨਪਦੇ ਹੀ ਰਹਿੰਦੇ ਨੇ। ਪਰ ਜੇ ਸੋਚਿਆ ਜਾਵੇ ਤੇ ਇਨਸਾਨ ਦੀ ਸੋਚ ਸਾਰਾ ਜੀਵਨ ਜਿਨ੍ਹਾਂ ਫਿਕਰਾਂ ਦੀ ਰਹਿਨੁਮਾਈ ਕਰਦੀ ਰਹਿੰਦੀ ਏ, ਉਹ ਸਾਰੇ ਦੇ ਸਾਰੇ ਫਿਕਰ ਜੁੜੇ ਤਾਂ ਇਸੇ ਤਨ ਦੀ ਹੱਦ ਨਾਲ ਹੀ ਹੋਏ ਨੇ। ਕਿਉਂਕਿ ਭੌਂ ਰੌਂ ਕੇ ਉਹ ਸਾਰੇ ਹੀ ਫਿਕਰ ਜੁੜਦੇ ਇਸੇ ਹੀ ਤਨ ਨਾਲ ਆ ਕੇ ਨਹੀਂ। ਜਿਵੇਂ ਇਸ ਤਨ ਨੂੰ ਸੁੱਖ ਸੁਵਿਧਾਵਾਂ ਦੇਣ ਨੂੰ ਲੈ ਕੇ ਕੀਤੇ ਗਏ ਫਿਕਰ ਕਿਸੇ ਨੌਕਰੀ, ਪੇਸ਼ੇ, ਕਾਰੋਬਾਰ, ਜ਼ਮੀਨ ਜਾਇਦਾਦ ਵਿੱਚ ਵਾਧਾ ਕਰਨ ਦੇ, ਜਾਂ ਫਿਰ ਇਸ ਤਨ ਨਾਲ ਜੁੜੇ ਹੋਏ ਰਿਸ਼ਤੇ ਨਾਤਿਆਂ ਦੇ ਪੱਖੋਂ। ਕਿਉਂਕਿ ਮੋਹ ਵਸ ਪਿਆ ਹੋਇਆ ਇਨਸਾਨ ਇਹਦੇ ਨਾਲ ਜੁੜੇ ਹੋਏ ਸਾਰੇ ਹੀ ਰਿਸ਼ਤੇ, ਮਾਂ-ਬਾਪ, ਭੈਣ ਭਰਾ, ਦੋਸਤਾਂ ਮਿੱਤਰਾਂ ਜਾਂ ਸਾਕ ਸੰਬੰਧੀਆਂ ਦੇ ਫਿਕਰਾਂ ਨੂੰ ਸਾਰਾ ਜੀਵਨ ਆਪਣੇ ਸਿਰ ਤੇ ਚੁੱਕੀ ਫਿਰਦਾ ਏ। ਬਿਨਾਂ ਇਸ ਗੱਲ ਨੂੰ ਸੋਚਿਆਂ, ਬਿਨਾਂ ਇਸ ਗੱਲ ਨੂੰ ਵਿਚਾਰਿਆਂ ਕਿ ਜਿਨ੍ਹਾਂ ਫਿਕਰਾਂ ਦੇ ਫਿਕਰ ਇਹ ਸਾਰਾ ਜੀਵਨ ਕਰਦਾ ਰਹਿੰਦਾ ਏ, ਉਹ ਇਹਦਾ ਜੀਵਨ ਕਦੀ ਵੀ ਨਹੀਂ ਸਵਾਰ ਸਕਦੇ। ਤੇ ਜਿਹੜਾ ਫਿਕਰ ਇਨਸਾਨ ਦਾ ਜੀਵਨ ਸਦਾ ਲਈ ਸਵਾਰ ਸਕਦਾ ਏ, ਉਸ ਫਿਕਰ ਤੋਂ ਇਹ ਸਦਾ ਹੀ ਕਿਨਾਰਾ ਕਰੀ ਬੈਠਾ ਰਹਿੰਦਾ ਏ। 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫਰਮਾਨ ਕਰਦੇ ਨੇ, ਖੰਡਿਓ ਜੋ ਨਾ ਜਾਏ ਸੋ ਅਖੰਡ ਜੂ ਕੋ ਖਿਆਲ ਕੀਜੈ, ਖਿਆਲ ਮੈਂ ਨਾ ਆਵੇ ਗਮ ਤਾਕੋ ਸਦਾ ਖਾਈਏ। ਅਸਲ ਵਿੱਚ ਜੋ ਸਾਡੇ ਕਰਨ ਵਾਲਾ ਗਮ, ਜੋ ਸਾਡੇ ਕਰਨ ਵਾਲਾ ਫਿਕਰ ਆ, ਉਹ ਇਹ ਆ ਕਿ ਮੂਲ ਪਿਤਾ ਪਰਮ ਪਿਤਾ ਪਰਮਾਤਮਾ ਸਦਾ ਹੀ ਸਾਡੇ ਖਿਆਲ ਵਿੱਚ, ਸਾਡੇ ਜ਼ਿਹਨ ਵਿੱਚ ਰਵੇ। ਤੇ ਜੇ ਪਰਮਾਤਮਾ ਸਾਡੇ ਖਿਆਲ ਵਿੱਚ ਨਹੀਂ ਆਉਂਦਾ, ਜੇ ਪਰਮਾਤਮਾ ਸਾਡੇ ਖਿਆਲ ਚੋਂ ਵਿਸਰ ਜਾਂਦਾ ਏ, ਤੇ ਫਿਰ ਵਾਕਿਆ ਹੀ ਅਸਲੀਅਤ ਵਿੱਚ ਇਹ ਸਾਡੇ ਕਰਨ ਵਾਲਾ ਫਿਕਰ ਏ। ਕਿਉਂਕਿ ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਗੁਰੂ ਗੁਰਬਾਣੀ ਦਾ ਮਹਾਵਾਕ ਇਸ ਗੱਲ ਦਾ ਸਪਸ਼ਟੀਕਰਨ ਕਰਦਾ ਏ ਕਿ ਸਾਨੂੰ ਇਹ ਜੋ ਮਨੁੱਖਾ ਜੀਵਨ ਮਿਲਿਆ ਹੋਇਆ ਏ, ਇਸ ਮਨੁੱਖਾ ਜੀਵਨ ਦਾ ਇੱਕੋ ਇੱਕ ਮਕਸਦ ਏ ਕਿ ਇਸ ਜੀਵਨ ਦੀ ਮੌਜੂਦਗੀ ਦੇ ਵਿੱਚ ਇਹ ਜੀਵਨ ਜਿਸ ਵੱਲੋਂ ਬਖਸ਼ਿਸ਼ ਰੂਪ ਵਿੱਚ ਸਾਨੂੰ ਮਿਲਿਆ ਹੋਇਆ ਏ, ਇਸ ਜੀਵਨ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਹਵਾਲੇ ਕਰ ਦੇਣਾ। ਤੇ ਇਸ ਜੀਵਨ ਨੂੰ ਉਹਦੇ ਹਵਾਲੇ ਕਰਨ ਦੇ ਲਈ ਪਹਿਲਾਂ ਇਸ ਜੀਵਨ ਨੂੰ ਤੇ ਇਸ ਜੀਵਨ ਨੂੰ ਚਲਾਉਣ ਵਾਲੀ ਸੋਚ ਨੂੰ ਗੁਣਾਂ ਦੀ ਖਾਲਸਤਾਈ ਵਿੱਚ ਘੜਨਾ ਬੜਾ ਹੀ ਜ਼ਰੂਰੀ ਆ। ਕਿਉਂਕਿ ਜੇ ਇਸ ਵਾਰੀ ਵਿੱਚ ਅਸੀਂ ਪਰਮ ਪਿਤਾ ਪਰਮਾਤਮਾ, ਉਸ ਪਾਕ ਸਾਫ਼ ਪਵਿੱਤਰ ਹਸਤੀ ਦਾ ਮਿਲਾਪ ਚਾਹੁੰਦੇ ਹਾਂ, ਤੇ ਫਿਰ ਉਹਦਾ ਮਿਲਾਪ ਕਰਨ ਦੇ ਲਈ ਉਸ ਪਾਕ ਸਾਫ਼ ਗੁਣਾਂ ਦੀ ਖਾਲਸਤਾਈ ਵਾਲੇ ਰਸਤੇ ਨੂੰ ਅਖਤਿਆਰ ਕਰਨਾ ਤੇ ਉਸ ਰਸਤੇ ਤੇ ਤੁਰਨ ਦਾ ਫਿਕਰ ਕਰਨਾ ਸਾਡੇ ਲਈ ਅਤ ਨਿਵਾਰਨ ਆ, ਅਤ ਜ਼ਰੂਰੀ ਆ। ਕਿਉਂਕਿ ਇਹੀ ਇੱਕੋ ਇੱਕ ਐਸਾ ਫਿਕਰ ਆ ਜੋ ਸਾਨੂੰ ਬਾਕੀ ਸਭ ਫਿਕਰਾਂ ਤੋਂ ਬੇਫਿਕਰ ਕਰ ਸਕਦਾ ਆ।
ਇਸ ਲਈ ਫਿਕਰ ਇਹ ਕਰੀਏ ਕਿ ਆਪਣੇ ਇਸ ਜੀਵਨ ਨੂੰ, ਆਪਣੇ ਕਿਰਦਾਰ ਨੂੰ ਮੂਲ ਪਿਤਾ ਦੇ ਗੁਣਾਂ ਵਿੱਚ ਕਿੱਦਾਂ ਘੜਨਾ ਆ ਤੇ ਖੁਦ ਦੇ ਵਿੱਚੋਂ ਪਰਮਾਤਮਾ ਨੂੰ ਕਿੱਦਾਂ ਪੜ੍ਹਨਾ ਆ, ਯਾਨੀ ਕਿ ਪਰਮਾਤਮਾ ਦੀ ਸ਼ਨਾਖਤ ਕਰਕੇ ਉਸ ਦੀ ਖੋਜ ਕਿਵੇਂ ਕਰਨੀ ਹੈ। ਕਬੀਰ ਸਾਹਿਬ ਆਖਦੇ ਨੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ। ਇਹ ਦੁਨੀਆ, ਇਹ ਸਰੀਰ ਸਦਾ ਸਦੀਵੀ ਕਿਸੇ ਦਾ ਵੀ ਸੰਗੀ ਨਹੀਂ। ਇਸ ਲਈ ਇਸ ਤਨ ਦੇ, ਇਸ ਸਰੀਰ ਦੇ ਫਿਕਰਾਂ ਤੋਂ ਥੋੜਾ ਉੱਪਰ ਉੱਠ ਕੇ ਆਪਣੇ ਚਿੱਤ ਚੇਤੇ ਵਿੱਚ, ਆਪਣੀ ਯਾਦ ਵਿੱਚ, ਆਪਣੀ ਸੋਚ ਵਿੱਚ ਇਸ ਫਿਕਰ ਨੂੰ ਵਸਾ ਲਈਏ ਕਿ ਮੂਲ ਮਾਲਕ ਪਰਮਪਿਤਾ ਪਰਮਾਤਮਾ ਨੂੰ ਮਿਲਣਾ ਹੀ ਸਾਡੀ ਇਸ ਮਨੁੱਖਾ ਦੇਹੀ ਦਾ, ਇਸ ਮਨੁੱਖਾ ਜੀਵਨ ਦਾ ਅਸਲ ਵਿੱਚ ਮਕਸਦ ਹੈ। ਫਿਰ ਹੀ ਅਸੀਂ ਆਪਣੇ ਮਕਸਦ ਦੀ ਪ੍ਰਾਪਤੀ ਦੇ ਲਈ ਆਪਣੇ ਮਕਸਦ ਵੱਲ ਨੂੰ ਤੁਰ ਕੇ ਰੂਹ ਦੀ ਇਸ ਭਵਜਲ ਚੋਂ ਖਲਾਸੀ ਕਰਾ ਇਸ ਤਨ ਦੇ ਫਿਕਰਾਂ ਤੋਂ ਸਦਾ ਦੇ ਲਈ ਬੇਫਿਕਰ ਹੋ ਸਕਦੇ ਹਾਂ। ਸਤਿ ਸ੍ਰੀ ਅਕਾਲ।